ਸਤਿ ਸ਼੍ਰੀ ਅਕਾਲ ਜੀ। ਮੈਂ ਮਨਪ੍ਰੀਤ ਕੌਰ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੀ ਹਾਂ। ਅੱਜ ਦਾ ਟੌਪਿਕ ਹੈ ਸਾਡਾ ਕਲਾਸ 9 ਦਾ ਚੈਪਟਰ ਨੰਬਰ 1। ਕੱਲ੍ਹ ਮੈਂ ਇਸ ਦਾ ਪਾਰਟ ਨੰਬਰ 1 ਕਰਵਾਇਆ ਸੀ, ਜਿਹਦੇ ਵਿੱਚ ਮੈਂ ਦੱਸਿਆ ਸੀ ਮੈਟਰ ਕੀ ਹੈ, ਉਹਨਾਂ ਦੀਆਂ ਕਰੈਕਟਰਿਸਟਿਕਸ ਕੀ ਹੈਗੀਆਂ ਆ। ਠੀਕ ਹੈ, ਅੱਜ ਅਸੀਂ ਗੱਲ ਕਰਾਂਗੇ ਸਟੇਟ ਆਫ ਮੈਟਰ ਦੀ। ਮਤਲਬ ਜਿਹੜੀਆਂ ਮੈਟਰ ਦੀਆਂ ਸਟੇਟਸ ਹੈਗੀਆਂ ਨਾ, ਸਾਡੇ ਕੋਲ 3 ਡਿਫਰੈਂਟ ਸਟੇਟ ਆਫ ਮੈਟਰ ਆ ਜਾਂਦੇ ਆ: ਸੋਲਿਡ, ਲਿਕੁਇਡ, ਗੈਸ। ਠੀਕ ਹੈ, ਇਹ ਜਿਹੜੀਆਂ ਸਟੇਟਸ ਆਫ ਮੈਟਰ ਹੈਗੀਆਂ ਨਾ, ਇਹ ਰਾਈਸਿਸ ਕਾਹਦੇ ਕਰਕੇ ਕਰਦੀਆਂ ਆ? ਜਿਹੜੇ ਅਸੀਂ ਕੱਲ੍ਹ ਕਰੈਕਟਰਿਸਟਿਕਸ ਪੜ੍ਹੇ ਸੀ ਨਾ ਪਾਰਟੀਕਲ ਆਫ ਮੈਟਰ ਦੇ, ਉਹਨਾਂ ਦੀਆਂ ਵੇਰੀਏਸ਼ਨ ਕਰਕੇ, ਉਹਨਾਂ ਦੀਆਂ ਚੇਂਜਿਸ ਕਰਕੇ ਇਹ ਜਿਹੜੇ ਸਟੇਟਸ ਆਫ ਮੈਟਰ ਆ ਉਹ ਰਾਈਜ਼ਿਸ ਕਰਦੇ ਆ। ਅਸੀਂ ਇਹਨਾਂ ਨੂੰ ਡਿਟੇਲ ਵਿੱਚ ਪੜ੍ਹਾਂਗੇ। ਫਸਟ ਹੈਗੀ ਹੈ ਸਾਡੇ ਕੋਲ ਸੋਲਿਡ ਸਟੇਟ। ਅਸੀਂ ਕੀ ਕੀਤਾ ਵੀ ਐਕਟੀਵਿਟੀ ਫਸਟ ਦੇ ਵਿੱਚ ਉਹਨਾਂ ਨੇ ਬੋਲਿਆ ਸਾਨੂੰ ਕਿ ਕਲੈਕਟ ਕਰੋ, ਮਤਲਬ ਆਰਟੀਕਲਸ ਜਿਵੇਂ ਪੈਨ, ਬੁੱਕ, ਨੀਡਲ, ਪੀਸ ਆਫ ਥਰੈਡ ਹੋ ਗਿਆ। ਉਹਨੂੰ ਤੁਸੀਂ ਇੱਕ ਨੋਟਬੁੱਕ 'ਤੇ ਜਿਵੇਂ ਪੈਨ ਰੱਖ ਲਿਆ, ਉਹਨੂੰ ਪੈਨਸਿਲ ਦੇ ਨਾਲ ਉਹਦੀ ਆਊਟਲਾਈਨਿੰਗ ਕਰ ਲੈਣੀ ਤੁਸੀਂ ਕਾਪੀ ਦੇ ਉੱਤੇ। ਠੀਕ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਉਹਦੀ ਡੈਫੀਨੇਟ ਸ਼ੇਪ ਹੈਗੀ ਆ, ਕੋਈ ਡਿਸਟਿੰਕਟ ਬਾਊਂਡਰੀ ਹੈਗੀ ਆ, ਮਤਲਬ ਕਿਸੇ ਬਾਊਂਡਰੀ ਦੇ ਵਿੱਚ ਬਣਿਆ ਹੋਇਆ, ਉਹਦਾ ਫਿਕਸਡ ਵੋਲੀਊਮ ਹੈਗਾ। ਠੀਕ ਹੈ, ਅਤੇ ਕਹਿੰਦੇ ਕਿ ਵਟ ਹੈਪਨ, ਕੀ ਹੁੰਦਾ ਆ ਜੇਕਰ ਅਸੀਂ ਉਹਨਾਂ ਨੂੰ ਹਾਰਮਡ ਕਰਦੇ ਹਾਂ, ਜਾਂ ਮਤਲਬ ਅਸੀਂ ਉਹਨਾਂ ਨੂੰ ਤੋੜਦੇ ਹਾਂ, ਜਾਂ ਪੁੱਲ ਕਰਦੇ ਹਾਂ, ਖਿੱਚਦੇ ਹਾਂ, ਡਰੋਪ ਕਰਦੇ ਉਹਨਾਂ ਨੂੰ ਸੁੱਟਦੇ ਹਾਂ, ਕਿ ਉਹ ਇੱਕ ਦੂਜੇ ਦੇ ਵਿੱਚ ਡਿਫਿਊਜ਼ ਹੋ ਜਾਂਦੇ ਆ, ਇੰਟਰਮਿਕਸ ਹੋ ਜਾਂਦੇ ਆ। ਕਿ ਅਸੀਂ ਉਹਨਾਂ ਨੂੰ ਕੰਪਰੈਸ ਕਰ ਸਕਦੇ ਹਾਂ ਕਿਸੇ ਬਾਈ ਅਪਲਾਈੰਗ ਸਮ ਫੋਰਸ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਅਸੀਂ ਕੰਪੇਅਰ ਕਰਨਾ, ਕੰਪਰੈਸ ਕਰਕੇ ਵੇਖਣਾ ਇਹਨਾਂ ਨੂੰ। ਕਹਿੰਦੇ ਕਿ ਜਿਹੜੀਆਂ ਸਾਰੀਆਂ ਐਗਜ਼ਾਮਪਲਸ ਹੈਗੀਆਂ ਨਾ ਸੋਲਿਡ ਦੀਆਂ, ਇਹਨਾਂ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਿਹੜੇ ਸੋਲਿਡਸ ਹੁੰਦੇ ਆ ਨਾ, ਉਹਨਾਂ ਦੀ ਡੈਫੀਨੇਟ ਸ਼ੇਪ ਹੁੰਦੀ ਆ, ਉਹਨਾਂ ਦੀ ਡਿਸਟਿੰਕਟ ਬਾਊਂਡਰੀਜ਼ ਹੁੰਦੀਆਂ, ਫਿਕਸਡ ਵੋਲੀਊਮ ਹੁੰਦਾ ਆ, ਅਤੇ ਅਸੀਂ ਉਹਨਾਂ ਨੂੰ ਕਦੀ ਕੰਪਰੈਸ ਨਹੀਂ ਕਰ ਸਕਦੇ। ਠੀਕ ਹੈ, ਅਤੇ ਸੋਲਿਡ ਕੋ ਇੰਨੀ ਟੈਂਡੈਂਸੀ ਹੁੰਦੀ ਆ ਕਿ ਉਹ ਆਪਣੀ ਜਿਹੜੀ ਸ਼ੇਪ ਹੈਗੀ ਆ ਉਹ ਮੇਨਟੇਨ ਕਰਕੇ ਰੱਖਦੇ ਆ। ਠੀਕ ਹੈ, ਵੈਨ ਸਬਜੈਕਟਲੀ ਟੂ ਆਊਟਸਾਈਡ ਫੋਰਸ, ਮਤਲਬ ਜਦੋਂ ਤੱਕ ਉਹਨਾਂ ਨੂੰ ਕੋਈ ਆਊਟਸਾਈਡ ਫੋਰਸ ਨਹੀਂ ਲੱਗਦੀ, ਉਹਨਾਂ ਚਿਰ ਉਹ ਆਪਣੀ ਜਿਹੜੀ ਮਤਲਬ ਸ਼ੇਪ ਹੈਗੀ ਉਹਨੂੰ ਮੇਨਟੇਨ ਕਰਕੇ ਰੱਖਦੇ ਆ। ਸੋਲਿਡਸ ਜਿਹੜੇ ਹੈਗੇ ਆ ਉਹ ਬ੍ਰੇਕ ਤਾਂ ਹੋ ਜਾਂਦੇ ਆ, ਪਰ ਅੰਡਰ ਸਟਰੋਂਗ ਫੋਰਸ। ਠੀਕ ਹੈ, ਪਰ ਬਟ ਇਟ ਇਜ਼ ਡਿਫੀਕਲਟ ਟੂ ਚੇਂਜ ਦੇਅਰ ਸ਼ੇਪ, ਪਰ ਅਸੀਂ ਉਹਨਾਂ ਦੀ ਸ਼ੇਪ ਨੂੰ ਚੇਂਜ ਨਹੀਂ ਕਰ ਸਕਦੇ ਜਿੰਨਾ ਚਿਰ ਅਸੀਂ ਮਤਲਬ ਸਟਰੋਂਗ ਫੋਰਸ ਲਾਵਾਂਗੇ ਤਾਂ ਉਹਨਾਂ ਦੀ ਸ਼ੇਪ ਚੇਂਜ ਹੋਏਗੀ, ਅਦਰਵਾਈਜ਼ ਨਹੀਂ ਹੋਏਗੀ। ਅਤੇ ਇਹ ਕੀ ਹੁੰਦੇ ਆ? ਰਿਜਿਡ ਹੁੰਦੇ ਆ, ਫਿਕਸ ਹੁੰਦੇ ਆ। ਠੀਕ ਹੈ, ਕਹਿੰਦੇ ਕਿ ਅਸੀਂ ਹੋਰ ਥੋੜ੍ਹੀਆਂ ਐਗਜ਼ਾਮਪਲਾਂ ਲੈ ਕੇ ਚੱਲਦੇ ਹਾਂ। ਜਿਵੇਂ ਅਸੀਂ ਗੱਲ ਕਰਦੇ ਹਾਂ ਰਬੜ ਬੈਂਡ ਦੀ। ਠੀਕ ਹੈ, ਅਸੀਂ ਉਹਨੂੰ ਖਿੱਚ ਕੇ ਵੇਖਦੇ ਪਏ ਹਾਂ, ਸਟਰੈਚ ਕਰਦੇ ਹੋਏ ਵੇਖਦੇ ਪਏ ਹਾਂ ਕਿ ਇਜ਼ ਇਟ ਅ ਸੋਲਿਡ, ਕਿ ਉਹ ਸੋਲਿਡ ਹੈਗਾ, ਉਹਦੀ ਕੀ ਹੋ ਜਾਂਦੀ ਆ? ਸ਼ੇਪ ਚੇਂਜ ਹੋ ਜਾਂਦੀ ਆ। ਠੀਕ ਹੈ, ਵਟ ਅਬਾਊਟ ਦ ਸ਼ੂਗਰ ਐਂਡ ਸਾਲਟ, ਮਤਲਬ ਜਿਹੜੀ ਸ਼ੂਗਰ ਅਤੇ ਸਾਲਟ ਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਦੋਂ ਤੁਸੀਂ ਉਹਨੂੰ ਡਿਫਰੈਂਟ ਜਾਰਸ ਦੇ ਵਿੱਚ ਰੱਖੋਗੇ, ਠੀਕ ਹੈ, ਅਤੇ ਕੀ ਉਹ ਮਤਲਬ ਜਾਰ ਦੀ ਸ਼ੇਪ ਮਤਲਬ ਉਹ ਹੀ ਲੈ ਲੈਣਗੇ, ਉਹਦੀ ਸ਼ੇਪ ਲੈ ਲੈਣਗੇ ਕਿ ਇਹ ਵੀ ਸੋਲਿਡ ਹੈਗੇ ਆ? ਦੈਨ ਵਟ ਅਬਾਊਟ ਦ ਸਪੰਜ ਹੁੰਦੀ ਹੈ ਨਾ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਕਿ ਇਹ ਵੀ ਇੱਕ ਸੋਲਿਡ ਹੈਗੀ ਆ, ਕਿ ਅਸੀਂ ਇਹਨੂੰ ਕੰਪਰੈਸ ਕਰ ਸਕਦੇ ਹਾਂ। ਕਿਉਂ ਕਰ ਸਕਦੇ ਹਾਂ? ਕਹਿੰਦੇ ਆ ਜਿਹੜੀਆਂ ਸਾਰੀਆਂ ਸੋਲਿਡਸ ਹੈਗੀਆਂ ਨਾ, ਜਿਵੇਂ ਅਸੀਂ ਰਬੜ ਹੈਗੀ ਆ, ਰਬੜ ਬੈਂਡ ਆ, ਉਹਦੀ ਸ਼ੇਪ ਨੂੰ ਕੀ ਕਰਦੇ ਆ? ਚੇਂਜ ਕਰ ਸਕਦੇ ਹਾਂ ਕੋਈ ਫੋਰਸ ਲਗਾ ਕੇ। ਠੀਕ ਹੈ, ਪਰ ਜਦੋਂ ਅਸੀਂ ਉਹਨੂੰ ਛੱਡ ਦਿੰਦੇ ਹਾਂ ਨਾ, ਉਹਦੀ ਸ਼ੇਪ ਜਿਹੜੀ ਉਹ ਫਿਰ ਦੁਬਾਰਾ ਉੱਦਾਂ ਹੀ ਹੋ ਜਾਂਦੀ ਆ, ਜਦੋਂ ਅਸੀਂ ਫੋਰਸ ਜਿਹੜੀ ਹੈਗੀ ਆ ਰਿਮੂਵ ਕਰ ਦਿੰਦੇ ਹਾਂ। ਜੇਕਰ ਅਸੀਂ ਐਕਸੈਸਿਵ ਫੋਰਸ ਅਪਲਾਈਡ ਕਰਦੇ ਹਾਂ ਤਾਂ ਹੀ ਉਹ ਬ੍ਰੇਕ ਹੁੰਦਾ ਹੈ, ਮਤਲਬ ਸਟਰੋਂਗ ਫੋਰਸ ਅਪਲਾਈ ਕਰਦੇ ਹਾਂ। ਠੀਕ ਹੈ, ਜਿਹੜੀ ਨੈਕਸਟ ਵਿੱਚ ਉਹਨਾਂ ਨੇ ਕਿਹਾ ਆ ਕਿ ਜਿਵੇਂ ਤੁਸੀਂ ਸ਼ੂਗਰ, ਸਾਲਟ, ਕ੍ਰਿਸਟਲ ਰਹੇ ਆ, ਇੰਡੀਵਿਜੂਅਲੀ ਉਹਨਾਂ ਦੀ ਸ਼ੇਪ ਜਿਹੜੀ ਆ ਨਾ ਉਹ ਕੀ ਰਹਿੰਦੀ ਆ? ਰਿਮੇਨ ਫਿਕਸਡ ਰਹਿੰਦੀ ਆ। ਠੀਕ ਹੈ, ਇਕੱਲੇ ਇਕੱਲੇ ਦੀ ਫਿਕਸਡ ਮਤਲਬ ਸੇਮ ਰਹਿੰਦੀ ਆ, ਵੈਦਰ ਤੁਸੀਂ ਉਹਨੂੰ ਮਤਲਬ ਹੱਥ ਵਿੱਚ ਫੜਿਆ ਹੋਇਆ, ਜਾਂ ਪਲੇਟਸ ਵਿੱਚ ਰੱਖਿਆ, ਜਾਂ ਜਾਰ ਵਿੱਚ ਰੱਖਿਆ ਹੋਇਆ। ਠੀਕ ਹੈ ਨਾ। ਨੈਕਸਟ ਉਹਨਾਂ ਗੱਲ ਕੀਤੀ ਹੈ ਸਪੰਜ ਦੀ। ਕਹਿੰਦੇ ਉਹਨਾਂ ਦੇ ਵਿੱਚ ਕੀ ਹੁੰਦੀ ਆ? ਮਿਨਟਸ ਹੋਲ ਹੁੰਦੇ ਆ, ਜਿਨ੍ਹਾਂ ਦੇ ਵਿੱਚ ਕੀ ਹੋ ਜਾਂਦੀ ਆ? ਹਵਾ ਜਿਹੜੀ ਉਹ ਟਰੈਪ ਕਰ ਜਾਂਦੀ ਆ, ਮਤਲਬ ਵਿੱਚ ਇੰਟਰਮਿਕਸ ਹੋ ਜਾਂਦੀ ਆ। ਜਦੋਂ ਅਸੀਂ ਉਹਨਾਂ ਨੂੰ ਕੰਪਰੈਸ ਕਰਦੇ ਹਾਂ ਨਾ, ਉਹ ਕੀ ਹੁੰਦੀ ਆ? ਐਕਸਪੈਲ ਆਊਟ ਹੋ ਜਾਂਦੇ ਆ, ਮਤਲਬ ਇੱਕਦਮ ਦੱਬੇ ਜਾਂਦੇ ਆ ਨਾ, ਇੱਕ ਕੰਪਰੈਸ ਹੋ ਜਾਂਦੇ ਆ। ਠੀਕ ਹੈ ਨਾ, ਮਤਲਬ ਇਹ ਵੀ ਕੀ ਹੈਗਾ? ਇੱਕ ਸੋਲਿਡ ਹੈਗਾ। ਠੀਕ ਹੈ, ਮਤਲਬ ਅਸੀਂ ਜ਼ਿਆਦਾ ਉਹਨੂੰ ਮਤਲਬ ਉਹ ਕਰਾਂਗੇ, ਕੰਪਰੈਸ ਕਰਾਂਗੇ ਤਾਂ ਹੀ ਉਹ ਕੰਪਰੈਸ ਹੈਗਾ, ਅਦਰਵਾਈਜ਼ ਨੋਟ।
ठीक है। नैक्सट साडे को आ जाती है लिक्विड स्टेट। लिक्विड स्टेट दे विच उन्होंने एक्टिविटी दसी है कि तुसी मतलब 4-5 चीज़ां ले लैनियां, जिवें वाटर ले लिया, कुकिंग ऑयल, मिल्क, जूस, कोल्ड ड्रिंक ले ली है, ठीक है। उन्होंने तुसी डिफरेंट शेप्स ऑफ कंटेनर दे विच पा लिया, ठीक है। पुट अ 50 ml मार्क ऑन दिस कंटेनर, मतलब तुसी 50 ml जिहड़ा हैगा आ इन्हां कंटेनर्स ते मार्क कर लेना ते यूजिंग अ मेजिंग सिलेंडर फ्रॉम द लैबोरेटरी, मतलब सिलेंडर दे हैल्प दे नाल तुसी 50 ml जिहड़े आ उस कंटेनर दे विच पा के उन्हां दा जिहड़ा मतलब मार्क कर लेना कि ओह कित्थों तक गए आ। कहते कि की होएगा, वट हैपन इफ दी सॉलिड लिक्विड्स आर स्पिट ऑन द फ्लोर, जेकर ये लिक्विड्स जिहड़े हैगे आ फ्लोर दे उत्ते मतलब असीं सुੱਟ दिंदे तो दैन की हुंदा, ठीक है। नैक्सट वो कहते हैं कि 50 ml जिहड़ा असीं कोई भी लिक्विड लिया ਉਹਨੂੰ ਕਿਸੇ डिफरेंट कंटेनर्स ਦੇ ਵਿੱਚ 1 by 1 ਜਿਹੜਾ ਹੈਗਾ ਆ ਉਹ ਪਾਉਣਾ ਸ਼ੁਰੂ ਕੀਤਾ। ਕਿ ਤੁਹਾਨੂੰ ਲੱਗਦਾ ਹੈ ਕਿ ਵੋਲਿਊਮ ਜਿਹੜਾ ਉਹ ਸੇਮ ਰਿਹਾ ਹੋਵੇਗਾ, ਕਿ ਸ਼ੇਪ ਆਫ ਦ ਲਿਕੁਇਡ ਜਿਹੜੀ ਆ ਉਹ ਸੇਮ ਰਹੀ ਹੋਏਗੀ। ਵੈਨ ਯੂ ਪੋਰ ਦ ਲਿਕੁਇਡ ਫਰੋਮ ਵਨ ਕੰਟੇਨਰ ਟੂ ਅਨਦਰ ਡਜ਼ ਇਟ ਫਲੋ ਈਜ਼ਲੀ, ਕਿ ਤੁਸੀਂ ਇੱਕ ਕੰਟੇਨਰ ਦੇ ਵਿੱਚੋਂ ਦੂਜੇ ਕੰਟੇਨਰ ਦੇ ਵਿੱਚ ਸੇਮ ਲਿਕੁਇਡ ਮਤਲਬ ਪਾਉਂਦੇ ਪਏ ਜੇ ਕਿ ਉਹ ਈਜ਼ਲੀ ਮਤਲਬ ਦੂਜੇ ਕੰਟੇਨਰ ਵਿੱਚ ਸ਼ਿਫਟ ਹੋ ਜਾਂਦਾ। ਕਹਿੰਦੇ ਅਸੀਂ ਇਹਦੇ ਨਾਲ ਇਹ ਅਬਜ਼ਰਵ ਕਰਦੇ ਪਏ ਹਾਂ ਕਿ ਲਿਕੁਇਡ ਜਿਹੜੇ ਆ ਉਹਨਾਂ ਦੀ ਕੋਈ ਫਿਕਸ ਸ਼ੇਪ ਨਹੀਂ ਹੁੰਦੀ, ਬਟ ਉਹਨਾਂ ਦਾ ਫਿਕਸ ਕੀ ਹੁੰਦਾ, ਵੋਲਿਊਮ ਹੁੰਦਾ। ਕਿ ਉਹ ਜਿਹੜੇ ਕੰਟੇਨਰ ਦੇ ਵਿੱਚ ਅਸੀਂ ਉਹਨਾਂ ਨੂੰ ਪਾਉਂਦੇ ਪਏ ਹਾਂ ਨਾ ਉਹ ਉੱਦਾਂ ਦੀ ਹੀ ਸ਼ੇਪ ਲੈ ਲੈਂਦੇ ਆ, ਠੀਕ ਹੈ। ਲਿਕੁਇਡ ਜਿਹੜੇ ਉਹ ਈਜ਼ਲੀ ਫਲੋ ਕਰ ਜਾਂਦੇ ਆ, ਆਪਣੀ ਸ਼ੇਪ ਚੇਂਜ ਕਰ ਲੈਂਦੇ ਆ, ਇਹ ਕਦੀ ਵੀ ਫਿਕਸ ਨਹੀਂ ਰਹਿੰਦੇ, ਠੀਕ ਹੈ। ਇਹ ਕੀ ਹੁੰਦੇ ਆ, ਫਲੂਇਡ ਹੁੰਦੇ ਆ, ਲਿਕੁਇਡ ਫਾਰਮ ਦੇ ਵਿੱਚ ਹੁੰਦੇ ਆ, ਠੀਕ ਹੈ। ਹੁਣ ਕਹਿੰਦੇ ਕਿ ਅਸੀਂ ਨਾ ਮਤਲਬ ਇਹ ਵੀ ਵੇਖਦੇ ਕਿ ਜਿਹੜੇ ਸੋਲਿਡ ਅਤੇ ਲਿਕੁਇਡ ਹੁੰਦੇ ਆ ਨਾ ਉਹ ਈਜ਼ਲੀ ਡਿਫਿਊਜ਼ ਹੋ ਜਾਂਦੇ ਆ, ਲਿਕੁਇਡ ਦੇ ਵਿੱਚ ਇੰਟਰਮਿਕਸ ਹੋ ਜਾਂਦੇ ਆ। ਅਤੇ ਜਿਹੜੀਆਂ ਗੈਸਿਸ ਹੈਗੀਆਂ ਆ ਐਟਮੋਸਫੇਅਰ ਦੇ ਵਿੱਚ ਉਹ ਵੀ ਈਜ਼ਲੀ ਡਿਫਿਊਜ਼ ਹੋ ਜਾਂਦੀਆਂ ਅਤੇ ਕਿਹਦੇ ਵਿੱਚ ਡਿਜ਼ੋਲਵ ਹੋ ਜਾਂਦੀਆਂ, ਵਾਟਰ ਦੇ ਵਿੱਚ ਡਿਜ਼ੋਲਵ ਹੋ ਜਾਂਦੀਆਂ। ਇਹ ਜਿਹੜੀਆਂ ਗੈਸਿਸ ਹੁੰਦੀਆਂ ਨਾ ਸਪੈਸ਼ਲੀ ਅਸੀਂ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦੀ ਗੱਲ ਕਰਦੇ ਹਾਂ, ਇਹ ਕੀ ਹੁੰਦੀਆਂ ਆ, ਅਸੈਂਸ਼ੀਅਲ ਹੁੰਦੀਆਂ ਆ ਸਰਵਾਈਵਲ ਵਾਸਤੇ, ਠੀਕ ਹੈ। ਸਰਵਾਈਵਲ ਵਾਸਤੇ ਮਤਲਬ ਅਸੈਂਸ਼ੀਅਲ ਹੁੰਦੀਆਂ ਆ ਐਕੁਐਟਿਕ ਐਨੀਮਲ ਅਤੇ ਪਲਾਂਟ ਵਾਸਤੇ। ਸਾਰੇ ਹੀ ਲਿਵਿੰਗ ਕ੍ਰੀਏਚਰ ਜਿਹੜੇ ਆ ਉਹਨਾਂ ਨੂੰ ਮਤਲਬ ਸਾਹ ਲੈਣ ਵਾਸਤੇ ਇਹ ਆਕਸੀਜਨ ਚਾਹੀਦੀਆਂ, ਠੀਕ ਹੈ। ਜਿਹੜੇ ਐਕੁਐਟਿਕ ਐਨੀਮਲਸ ਹੈਗੇ ਆ ਉਹ ਵੀ ਕੀ ਕਰਦੇ ਆ, ਸਾਹ ਲੈਂਦੇ ਆ ਅੰਡਰ ਵਾਟਰ, ਕਾਹਦੇ ਕਰਕੇ, ਕਿਉਂਕਿ ਉਸ ਵਾਟਰ ਦੇ ਵਿੱਚ ਕੀ ਪ੍ਰੈਜੈਂਟ ਆ, ਆਕਸੀਜਨ ਪ੍ਰੈਜੈਂਟ ਹੈਗੀ ਆ। ਕਹਿੰਦੇ ਇੱਥੋਂ ਸਾਨੂੰ ਇਹ ਕਨਕਲੂਡ ਹੁੰਦਾ ਕਿ ਜਿਹੜੇ ਸੋਲਿਡ ਲਿਕੁਇਡ ਗੈਸਿਸ ਹੈਗੇ ਆ ਉਹ ਈਜ਼ਲੀ ਡਿਫਿਊਜ਼ ਹੋ ਜਾਂਦੇ ਆ ਕਿਹਦੇ, ਲਿਕੁਇਡਸ ਦੇ ਵਿੱਚ। ਅਤੇ ਜਿਹੜੀ ਰੇਟ ਆਫ ਡਿਫਿਊਜ਼ਨ ਆਫ ਲਿਕੁਇਡ ਹੈਗੀ ਆ ਉਹ ਹਾਈਅਰ ਹੁੰਦੀ ਆ ਦੈਨ ਆਫ ਸੋਲਿਡਸ ਨਾਲੋਂ, ਠੀਕ ਹੈ। ਕਹਿੰਦੇ ਦਿਸ ਇਜ਼ ਡਿਊ ਟੂ ਦ ਫੈਕਟ ਦੈਟ ਇਨ ਦ ਲਿਕੁਇਡ ਸਟੇਟ, ਇਹ ਕਾਹਦੇ ਕਰਕੇ ਹੁੰਦਾ ਆ, ਡੈਟ ਇਨ ਦ ਲਿਕੁਇਡ ਸਟੇਟ ਜਿਹੜੇ ਪਾਰਟੀਕਲਸ ਹੁੰਦੇ ਆ ਨਾ ਉਹ ਮਤਲਬ ਮੂਵ ਕਰਦੇ ਆ, ਫਰੀਲੀ ਮੂਵ ਕਰਦੇ ਆ, ਠੀਕ ਹੈ। ਅਤੇ ਉਹਨਾਂ ਦੇ ਵਿੱਚ ਬਹੁਤ ਮਤਲਬ ਜ਼ਿਆਦਾ ਸਪੇਸ ਹੁੰਦੀ ਆ ਬਿਟਵੀਨ ਦੈਮ ਐਜ਼ ਕੰਪੇਅਰ ਟੂ ਸੋਲਿਡ ਸਟੇਟ, ਮਤਲਬ ਲਿਕੁਇਡਸ ਦੇ ਵਿੱਚ ਜਿਹੜੀ ਪਾਰਟੀਕਲ ਦੀ ਸਪੇਸ ਹੈਗੀ ਆ ਉਹ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ ਸੋਲਿਡ, ਠੀਕ ਹੈ। ਨੈਕਸਟ ਸਾਡੇ ਕੋਲ ਆ ਜਾਂਦੀ ਹੈ ਗੈਸ਼ੀਅਸ ਸਟੇਟ। ਗੈਸ਼ੀਅਸ ਸਟੇਟ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਅਸੀਂ ਅਬਜ਼ਰਵ ਕਰਦੇ ਹਾਂ ਇੱਕ ਬੈਲੂਨ ਅਸੀਂ ਲਿਆ, ਠੀਕ ਹੈ। ਲਾਰਜ ਨੰਬਰ ਆਫ ਬੈਲੂਨਸ ਹੈਗੇ ਆ ਸੇਲਰ ਕੋ, ਇੱਕ ਸਿੰਗਲ ਸਿਲੰਡਰ ਆਫ ਗੈਸ ਦੇ ਨਾਲ ਉਹ ਸਾਰੇ ਹੀ ਬੈਲੂਨਸ ਨੂੰ ਕੀ ਕਰਨ ਦੇ ਆ, ਫਿਲ ਕਰੀ ਜਾਂਦੇ ਆ, ਠੀਕ ਹੈ ਨਾ। ਦੈਨ ਇਨਕੁਆਇਰ ਫਰੋਮ ਹਿਮ ਹਾਊ ਮੈਨੀ ਬੈਲੂਨਸ ਇਜ਼ ਹੀ ਏਬਲ ਟੂ ਫਿਲ ਫਰੋਮ ਵਨ ਸਿਲੰਡਰ, ਕਿ ਅਸੀਂ ਮਤਲਬ ਸੋਚਦੇ ਹਾਂ ਕਿ ਕਿੰਨੇ ਕੁ ਬੈਲੂਨ ਜਿਹੜੇ ਆ ਇੱਕ ਸਿਲੰਡਰ ਤੋਂ ਉਹ ਫਿਲ ਕਰ ਸਕਦਾ ਹੈ, ਠੀਕ ਹੈ, ਉਹਨਾਂ 'ਚ ਹਵਾ ਭਰ ਸਕਦਾ। ਆਸਕ ਹਿਮ ਵਿਚ ਗੈਸ ਡਜ਼ ਹੀ ਹੈਵ ਇਨ ਦ ਸਿਲੰਡਰ, ਅਤੇ ਅਸੀਂ ਉਹਨੂੰ ਪੁੱਛਦੇ ਕਿ ਹਾਂ ਕਿ ਸਿਲੰਡਰ ਵਿੱਚ ਮਤਲਬ ਕਿਹੜੀ ਗੈਸ ਹੈਗੀ ਆ, ਠੀਕ ਹੈ। ਐਕਟੀਵਿਟੀ ਫਸਟ ਦੇ ਵਿੱਚ ਹੈਗਾ ਕਿ ਤੁਸੀਂ ਨਾ 3 ਸਿਰਿੰਜਿਸ ਲੈਣੀਆਂ, ਠੀਕ ਹੈ, ਉਹਨਾਂ ਨੂੰ ਕਲੋਜ਼ ਕਰ ਲੈਣਾ, ਮਤਲਬ 3 ਸਿਰਿੰਜਿਸ ਲੈਣੀਆਂ, ਕਲੋਜ਼ ਦੇਅਰ ਨੋਜ਼ਲ ਬਾਈ ਦ ਰਬਰ ਕੋਕ ਐਜ਼ ਸ਼ੋਨ। ਤੁਸੀਂ ਉਹਦੀ ਜਿਹੜੀ ਮਤਲਬ ਜਿਹੜੀ ਉਹਦੀ ਸਟਾਰਟਿੰਗ ਪੁਆਇੰਟ ਹੁੰਦਾ ਵਾਲਾ ਸਟਾਰਟਿੰਗ ਪੁਆਇੰਟ ਹੁੰਦਾ ਉਹਨੂੰ ਰਬੜ ਦੇ ਨਾਲ ਤੁਸੀਂ ਪੂਰਾ ਉਹਨੂੰ ਮਤਲਬ ਕਰ ਲੈਣਾ, ਰਬੜ ਕੋਕ ਲਾ ਲੈਣੀ ਹੈ ਉੱਤੇ, ਠੀਕ ਹੈ। ਅਤੇ ਜਿਹੜਾ ਆਹ ਪਿਸਟਨ ਹੈਗਾ ਉੱਪਰ ਨੂੰ ਪੂਰਾ ਰਿਮੂਵ ਕਰ ਦੇਣਾ, ਠੀਕ ਹੈ। ਕਹਿੰਦੇ ਲੀਵ ਵਨ ਸਿਰਿੰਜ ਅਨਟੱਚ ਐਂਡ ਫਿਲ ਵਾਟਰ ਇਨ ਦ ਸੈਕਿੰਡ ਐਂਡ ਪੀਸ ਆਫ ਚੌਕ ਇਨ ਦ ਥਰਡ,
ਕਹਿੰਦੇ ਇੱਕ ਸਿਰਿੰਜ ਨੂੰ ਤਾਂ ਤੁਸੀਂ ਉੱਦਾਂ ਹੀ ਰਹਿਣ ਦੇਣਾ, ਠੀਕ ਹੈ, ਉਹਦੇ ਵਿੱਚ ਕੁਛ ਨਹੀਂ ਪਾਉਣਾ। ਇੱਕ ਦੇ ਵਿੱਚ ਤੁਸੀਂ ਪਾਣੀ ਪਾ ਦੇਣਾ, ਜਿਹੜੀ ਥਰਡ ਵਾਲੀ ਸਿਰਿੰਜ ਹੈ ਨਾ ਉਹਦੇ ਵਿੱਚ ਇੱਕ ਪੀਸ ਆਫ ਚੌਕ ਪਾ ਦੇਣਾ। ਦੈਨ ਤੁਸੀਂ ਕੀ ਕਰਨਾ, ਉਹ ਪਿਸਟਨ ਨੂੰ ਹੌਲੀ ਹੌਲੀ ਇਨਸਰਟ ਬੈਕ ਇਨਟੂ ਦ ਸਿਰਿੰਜ ਕਰਨਾ ਸ਼ੁਰੂ ਕਰ ਦੇਣਾ, ਉਹਨੂੰ ਮਤਲਬ ਮੂਵ ਕਰਨਾ ਸ਼ੁਰੂ ਕਰ ਦੇਣਾ। ਯੂ ਮੇ ਅਪਲਾਈ ਸਮ ਵੈਸਲੀਨ ਔਨ ਦ ਪਿਸਟਨ ਬਿਫੋਰ ਇੰਸਰਟਿੰਗ ਦੈਮ ਇਨਟੂ ਦ ਸਿਰਿੰਜ ਫॉर देयर ਸਮੂਥ। ਮਤਲਬ ਤੁਸੀਂ ਇੱਥੇ ਵੈਸਲੀਨ ਜਲਾਉਣੀ ਕਿ ਉਹ ਈਜ਼ਲੀ ਸਮੂਥਲੀ ਇਹਦੇ ਅੰਦਰ ਚਲ ਜਾਏ, ਠੀਕ ਹੈ। ਨਾਓ ਟਰਾਈ ਟੂ ਕੰਪਰੈਸ ਦ ਕੰਟੈਂਟ ਬਾਈ ਪੁਸ਼ਿੰਗ ਦ ਪਿਸਟਨ ਇਨ ਈਚ ਸਟਿੰਗ, ਮਤਲਬ ਤੁਸੀਂ ਇਹਨੂੰ ਕੰਪਰੈਸ ਕਰਨਾ ਸ਼ੁਰੂ ਕਰ ਦੇਣਾ। ਜਿਵੇਂ ਵਨ ਸਿਰਿੰਜ ਜਿਹੜੀ ਉਹ ਖਾਲੀ ਆ, ਦੂਜੀ ਦੇ ਵਿੱਚ ਪਾਣੀ ਪਾਇਆ, ਤੀਜੀ ਦੇ ਵਿੱਚ ਇੱਕ ਚੌਕ ਪੀਸ ਆਫ ਚੌਕ ਪਾਇਆ, ਤੁਸੀਂ ਉਹਨੂੰ ਹੌਲੀ ਹੌਲੀ ਕੀ ਕਰਨਾ, ਕੰਪਰੈਸ ਕਰਨਾ ਸ਼ੁਰੂ ਕਰ ਦੇਣਾ। ਕਹਿੰਦੇ ਤੁਸੀਂ ਕੀ ਓਬਜ਼ਰਵ ਕਰੋਗੇ, ਇਨ ਵਿਚ ਕੇਸ ਦ ਪਿਸਟਨ ਈਜ਼ਲੀ ਪੁਸ਼ ਇਨ, ਕਿ ਜਿਹੜਾ ਪਿਸਟਨ ਹੈਗਾ ਉਹ ਕਿਹਦੇ ਵਿੱਚ ਈਜ਼ਲੀ ਮੂਵ ਕਰ ਦੇਗਾ, ਠੀਕ ਹੈ। ਦੈਨ ਤੁਸੀਂ ਕੀ ਓਬਜ਼ਰਵੇਸ਼ਨ ਉੱਥੋਂ ਕ੍ਰੀਏਟ ਕਰਦੇ ਹੋ, ਠੀਕ ਹੈ। ਇਹ ਐਕਟੀਵਿਟੀ ਅਸੀਂ ਪਰਫੋਰਮ ਕਰਕੇ ਵੀ ਦੇਖ ਸਕਦੇ ਹਾਂ ਘਰਾਂ ਦੇ ਵਿੱਚ। ਦੈਨ ਕਹਿੰਦੇ ਕਿ ਅਸੀਂ ਓਬਜ਼ਰਵ ਕਰਾਂਗੇ ਕਿ ਗੈਸਿਸ ਜਿਹੜੀਆਂ ਹੁੰਦੀਆਂ ਨਾ ਉਹ ਹਾਈਲੀ ਕੰਪਰੈਸੀਬਲ ਹੁੰਦੀਆਂ, ਮਤਲਬ ਅਸੀਂ ਇਹਨੂੰ ਈਜ਼ਲੀ ਕੰਪਰੈਸ ਕਰ ਸਕਦੇ ਹਾਂ ਐਜ਼ ਕੰਪੇਅਰ ਟੂ ਸੋਲਿਡ ਅਤੇ ਲਿਕੁਇਡ। ਮਤਲਬ ਸੋਲਿਡ ਅਤੇ ਲਿਕੁਇਡ ਦੇ ਕੰਪੈਰੀਜ਼ਨ ਅਸੀਂ ਗੈਸਿਸ ਨੂੰ ਹਾਈਲੀ ਕੰਪਰੈਸ ਕਰ ਸਕਦੇ ਹਾਂ। ਜਿਵੇਂ LPG ਗੈਸ ਸਿਲੰਡਰਸ ਹੁੰਦੇ ਆ, ਲਿਕੁਈਫਾਈਡ ਪੈਟਰੋਲੀਅਮ ਗੈਸਿਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਘਰਾਂ ਦੇ ਵਿੱਚ ਕੁਕਿੰਗ ਵਾਸਤੇ ਯੂਜ਼ ਕਰਦੇ ਪਏ ਹਾਂ, ਜਾਂ ਅਸੀਂ ਆਕਸੀਜਨ ਜਿਹੜੀਆਂ ਹੌਸਪੀਟਲ ਦੇ ਵਿੱਚ ਮਤਲਬ ਸਪਲਾਈ ਕਰਦੇ ਹਾਂ ਸਿਲੰਡਰ ਦੇ ਵਿੱਚ, ਉਹ ਕੀ ਹੁੰਦੀ ਆ, ਕੰਪਰੈਸਡ ਗੈਸ ਹੁੰਦੀ ਹੈ, ਠੀਕ ਹੈ। ਕੰਪਰੈਸ ਨੈਚੁਰਲ ਗੈਸ ਨੂੰ ਅਸੀਂ ਮਤਲਬ ਜਿਹੜੀ CNG ਹੈਗੀ ਆ ਉਹਨੂੰ ਐਜ਼ ਅ ਫਿਊਲ ਯੂਜ਼ ਕਰਦੇ ਹਾਂ, ਠੀਕ ਹੈ। ਵਹੀਕਲਸ ਦੇ ਵਿੱਚ ਉਹਨਾਂ ਦੀ ਹਾਈ ਕੰਪਰੈਸਿਬਿਲਿਟੀ ਹੋਣ ਕਰਕੇ ਜਿਹੜਾ ਲਾਰਜ ਵੋਲਿਊਮ ਹੈਗਾ ਗੈਸਿਸ ਦਾ ਉਹ ਈਜ਼ਲੀ ਕੰਪਰੈਸਡ ਹੋ ਜਾਂਦਾ ਆ ਇਨਟੂ ਦਾ ਸਮੋਲਰ, ਮਤਲਬ ਛੋਟੇ ਛੋਟੇ ਸਿਲੰਡਰਸ ਦੇ ਵਿੱਚ ਅਸੀਂ ਉਹਨਾਂ ਨੂੰ ਪਾ ਲੈਂਦੇ ਹਾਂ ਅਤੇ ਉਹਨਾਂ ਨੂੰ ਈਜ਼ਲੀ ਅਸੀਂ ਕੀ ਕਰਦੇ ਹਾਂ, ਟਰਾਂਸਪੋਰਟ ਕਰ ਦਿੰਦੇ ਹਾਂ। ਕਹਿੰਦੇ ਇੱਥੋਂ ਸਾਨੂੰ ਪਤਾ ਲੱਗਦਾ ਹੈ ਕਿ ਵੀ ਕਮ ਟੂ ਨੋ ਆਫ ਵਟ ਇਜ਼ ਬੀਨ ਕੁਕ, ਮਤਲਬ ਕਹਿੰਦੇ ਸਾਨੂੰ ਇੱਥੋਂ ਹੀ ਪਤਾ ਲੱਗਦਾ ਕਿ ਜਿਵੇਂ ਅਸੀਂ ਮਤਲਬ ਦੂਸਰੇ ਕਮਰੇ ਵਿੱਚ ਬੈਠੇ ਹੋਏ ਅਤੇ ਕਿਚਨ ਦੇ ਵਿੱਚ ਕੀ ਬਣਦਾ ਪਿਆ ਆ, ਅਸੀਂ ਕਿਚਨ ਦੇ ਵਿੱਚ ਵੜਨ ਤੋਂ ਬਗੈਰ ਹੀ ਅਸੀਂ ਦੱਸ ਦਿੰਦੇ, ਉਹਦੀ ਸਮੈਲ ਨਾਲ ਦੱਸ ਦਿੰਦੇ। ਕਹਿੰਦੇ ਕਿ ਸਮੈਲ ਜਿਹੜੀ ਹੈਗੀ ਆ ਸਾਡੇ ਤੱਕ ਕਿੱਦਾਂ ਪਹੁੰਚ ਲੈਂਦੀ ਆ, ਠੀਕ ਹੈ ਨਾ। ਜਿਹੜੇ ਪਾਰਟੀਕਲਸ ਹੁੰਦੇ ਆ ਨਾ ਅਰੋਮਾ ਆਫ ਫੂਡ ਦੇ, ਮਤਲਬ ਜਿਹੜਾ ਵੀ ਫੂਡ ਕੁੱਕ ਹੁੰਦਾ ਪਿਆ ਉਹਦੀ ਜਿਹੜੀ ਸਮੈਲ ਦੇ ਪਾਰਟੀਕਲ, ਅਰੋਮਾ ਦੇ ਪਾਰਟੀਕਲਸ ਹੈਗੇ ਆ ਨਾ, ਉਹ ਹਵਾ ਦੇ ਪਾਰਟੀਕਲਸ, ਏਅਰ ਦੇ ਪਾਰਟੀਕਲਸ ਦੇ ਨਾਲ ਮਿਕਸ ਹੋ ਕੇ ਤੁਹਾਡੇ ਤੱਕ ਪਹੁੰਚਦੇ ਆ, ਠੀਕ ਹੈ। ਜਿਹੜੀ ਸਮੈਲ ਹੈਗੀ ਆ ਹੌਟ ਕੁੱਕ ਫੂਡ ਦੀ ਉਹ ਵੀ ਇਨ ਸੈਕਿੰਡ ਦੇ ਵਿੱਚ ਤੁਹਾਡੇ ਤੱਕ ਪਹੁੰਚ ਜਾਂਦੀ ਹੈ, ਠੀਕ ਹੈ। ਕੰਪੇਅਰ ਦਿਸ ਵਿਦ ਦ ਰੇਟ ਆਫ ਡਿਫਿਊਜ਼ਨ, ਅਸੀਂ ਇਹਨੂੰ ਕੰਪੇਅਰ ਕਰ ਸਕਦੇ ਹਾਂ ਸੋਲਿਡਸ ਅਤੇ ਲਿਕੁਇਡਸ ਦੇ ਨਾਲ। ਕਹਿੰਦੇ ਕਿ ਹਾਈ ਸਪੀਡ ਆਫ ਪਾਰਟੀਕਲ ਕਰਕੇ, ਲਾਰਜ ਸਪੇਸ ਹੋਣ ਕਰਕੇ ਗੈਸਿਸ ਜਿਹੜੇ ਹੈਗੇ ਆ ਉਹ ਪ੍ਰੋਪਰਟੀ ਆਫ ਡਿਫਿਊਜ਼ਨ ਬੜੀ ਫਾਸਟ ਮਤਲਬ ਕਰਦੇ ਆ ਇਨ ਅਦਰ ਗੈਸਿਸ, ਠੀਕ ਹੈ। ਐਜ਼ ਕੰਪੇਅਰ ਟੂ ਸੋਲਿਡ ਔਰ ਲਿਕੁਇਡ ਗੈਸਿਸ ਜਿਹੜੀਆਂ ਹੈ, ਜਿਹੜੇ ਗੈਸ਼ੀਅਸ ਸਟੇਟਸ ਦੇ ਵਿੱਚ ਜਿਹੜੇ ਪਾਰਟੀਕਲਸ ਹੁੰਦੇ ਆ ਨਾ ਉਹ ਰੈਂਡਮਲੀ ਹਾਈ ਸਪੀਡ ਦੇ ਨਾਲ ਮੂਵ ਕਰਦੇ ਆ। ਉਹਨਾਂ ਹੀ ਰੈਂਡਮ ਮੂਵਮੈਂਟ ਕਰਕੇ ਜਿਹੜੇ ਪਾਰਟੀਕਲ ਹੈਗੇ ਆ ਨਾ ਇੱਕ ਦੂਜੇ ਨਾਲ ਹਿੱਟ ਕਰਨਾ ਸ਼ੁਰੂ ਕਰ ਦਿੰਦੇ ਆ, ਅਤੇ ਜਿਹੜੀ ਵਾਲ ਕੰਟੇਨਰ ਦੇ ਵਿੱਚ ਅਸੀਂ ਪਾਇਆ ਉਹਦੀ ਵਾਲ ਦੇ ਨਾਲ ਵੀ ਹਿੱਟ ਕਰਨਾ ਸ਼ੁਰੂ ਹੋ ਜਾਂਦੇ ਆ। ਕਹਿੰਦੇ ਕਾਹਦੇ ਕਰਕੇ ਹੁੰਦੇ ਆ, ਜਿਹੜੀ ਪ੍ਰੈਸ਼ਰ ਗੈਸ ਦੁਆਰਾ ਐਗਜ਼ਰਟ ਹੋਈ ਇਜ਼ ਬਿਕੋਜ਼ ਆਫ ਦਿਸ, ਉਹਦੇ ਕਰਕੇ ਜਿਹੜੀ ਫੋਰਸ ਐਗਜ਼ਰਟ ਹੁੰਦੀ ਪਈ ਆ ਗੈਸ ਪਾਰਟੀਕਲ ਦੁਆਰਾ ਕਿਸੇ ਪਰ ਯੂਨਿਟ ਏਰੀਆ ਆਫ ਵਾਲ ਆਫ ਦ ਕੰਟੇਨਰ, ਮਤਲਬ ਇੱਕ ਹਿੱਸੇ, ਮਤਲਬ ਜਿਵੇਂ ਸਾਡੇ ਕੋਲ ਕੰਟੇਨਰ ਹੈਗਾ, ਠੀਕ ਹੈ, ਜਿਵੇਂ ਆਹ ਕੰਟੇਨਰ ਲਾ ਲਓ, ਇਹਦੀ ਵਾਲ ਦੇ ਨਾਲ ਉਹ ਹਿੱਟ ਕਰਨਾ ਸ਼ੁਰੂ ਕਰ ਦਿੰਦੇ ਆ, ਅਤੇ ਮਤਲਬ ਪਰ ਯੂਨਿਟ ਏਰੀਆ ਅਸੀਂ ਇੱਕ ਛੋਟਾ ਜਿਹਾ ਅਸੀਂ ਪਾਰਟ ਕਹਿ ਸਕਦੇ ਹਾਂ ਉਹਦੇ 'ਤੇ ਉਹ ਕੀ ਕਰਦੇ ਆ, ਹਿੱਟ ਕਰਨਾ ਸ਼ੁਰੂ ਕਰ ਦਿੰਦੇ ਆ, ਠੀਕ ਹੈ। ਦੈਨ ਅਸੀਂ ਸੋਲਿਡ, ਲਿਕੁਇਡ ਅਤੇ ਗੈਸ ਬਾਰੇ ਵੇਖਿਆ। ਜਿਹੜੇ ਸੋਲਿਡਸ ਹੁੰਦੇ ਆ ਉਹਨਾਂ ਦੇ ਵਿੱਚ ਜਿਹੜੀਆਂ ਇੰਟਰਮੋਲੀਕੂਲਰ ਸਪੇਸਿਸ ਹੁੰਦੀਆਂ ਉਹ ਬਹੁਤ ਘੱਟ ਹੁੰਦੀਆਂ, ਇੰਟਰਮੋਲੀਕੂਲਰ ਫੋਰਸਿਸ ਜਿਹੜੀਆਂ ਬਹੁਤ ਸਟਰੋਂਗ ਹੁੰਦੀਆਂ। ਲਿਕੁਇਡਸ ਦੇ ਵਿੱਚ ਉਹਨਾਂ ਤੋਂ ਥੋੜ੍ਹਾ ਜਿਹਾ ਕੰਪੈਰੀਜ਼ਨ ਘੱਟ ਹੁੰਦਾ ਆ, ਠੀਕ ਹੈ। ਇਹਨਾਂ ਦੇ ਵਿੱਚ ਜਿਹੜੀਆਂ ਇੰਟਰਮੋਲੀਕੂਲਰ ਸਪੇਸਿਸ ਹੁੰਦੀਆਂ ਨਾ ਉਹ ਬਹੁਤ ਜ਼ਿਆਦਾ ਹੁੰਦੀਆਂ, ਇਸ ਕਰਕੇ ਮਤਲਬ ਰੈਂਡਮਲੀ ਇਹਨਾਂ ਦੀ ਮੂਵਮੈਂਟ ਜਿਹੜੀ ਹੈਗੀ ਆ ਉਹ ਕੀ ਹੋ ਜਾਂਦੀ ਹੈ, ਠੀਕ ਹੈ। ਜੇਕਰ ਤੁਹਾਨੂੰ ਆਹ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਥੈਂਕ ਯੂ।